ਤੁਸੀਂ ਦੇਖ ਰਹੇ ਹੋ ਰੋਜ਼ਾਨਾ ਲੋਕਨਾਲ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਤੇ ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਚੱਠਾ। ਚਰਚਾ ਕਰਨ ਜਾ ਰਹੇ ਹਾਂ ਹੁਣ ਤੱਕ ਦੀਆਂ ਵੱਡੀਆਂ ਤੇ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਅਹਿਮ ਖਬਰਾਂ ਨੂੰ ਲੈ ਕੇ। ਸਭ ਤੋਂ ਪਹਿਲਾਂ ਗੱਲ ਕਰਾਂਗੇ ਪਟਿਆਲਾ ਹਿੰਸਾ ਨੂੰ ਲੈ ਕੇ। ਹੋਰ ਗ੍ਰਿਫਤਾਰੀਆਂ ਹੋਈਆਂ ਨੇ, FIR ਹੋਈ ਹੈ, ਆਖਰ ਕਿਸ ਕਿਸ ਦੀ ਗ੍ਰਿਫਤਾਰੀ ਹੋਈ ਹੈ ਇਸ ਮਾਮਲੇ ਦੇ ਵਿੱਚ, ਇਸ ਨੂੰ ਲੈ ਕੇ ਚਰਚਾ ਕਰਾਂਗੇ। ਤੇ ਨਾਲ ਹੀ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ। ਇਸੇ ਘਟਨਾ ਨੂੰ ਲੈ ਕੇ ਕੀ ਬਿਆਨ ਹੈ ਉਸ ਨੂੰ ਲੈ ਕੇ ਚਰਚਾ ਕਰਾਂਗੇ। ਤੇ ਨਾਲ ਹੀ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੀ ਇਸ ਘਟਨਾ ਨੂੰ ਲੈ ਕੇ ਅਹਿਮ ਬਿਆਨ ਆਇਆ, ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਹਲਚਲ ਵਿਖਾਈ ਦੇ ਰਹੀ ਹੈ। ਆਖਰ ਕੀ ਬਿਆਨ ਹੈ ਉਸ ਨੂੰ ਲੈ ਕੇ ਵੀ ਚਰਚਾ ਕਰਾਂਗੇ। ਤੇ ਨਾਲ ਹੀ ਗੱਲ ਕਰਾਂਗੇ ਬਿਜਲੀ ਸੰਕਟ ਦੀ। ਹੁਣ ਕੇਵਲ ਪੰਜਾਬ ਨਹੀਂ ਬਲਕਿ ਦੇਸ਼ ਭਰ ਦੇ ਵਿੱਚ ਬਿਜਲੀ ਸੰਕਟ ਮੰਡਰਾ ਰਿਹਾ ਹੈ। ਆਖਰ ਕੀ ਕਾਰਨ ਨੇ ਇਸ ਨੂੰ ਲੈ ਕੇ ਚਰਚਾ ਕਰਾਂਗੇ। ਤੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸ਼ਾਮਲ ਨੇ ਸਿਆਸੀ ਮਾਹਿਰ ਪ੍ਰੋਫੈਸਰ ਮਨਜੀਤ ਸਿੰਘ ਅਣਖੀ। ਅੰਕਿਤ ਸਾਹਿਬ, ਪ੍ਰੋਗਰਾਮ ਵਿੱਚ ਸਵਾਗਤ ਹੈ ਜੀ। ਬਹੁਤ ਬਹੁਤ ਸ਼ੁਕਰੀਆ ਚੱਠਾ ਜੀ। ਅੰਕਿਤ ਸਾਹਿਬ, ਸਭ ਤੋਂ ਪਹਿਲਾਂ ਗੱਲ ਕਰਾਂਗੇ ਜਿਸ ਤਰੀਕੇ ਦੇ ਨਾਲ ਪਟਿਆਲਾ ਦੇ ਵਿੱਚ ਹਿੰਸਕ ਘਟਨਾਵਾਂ ਨੇ ਜਿਹੜੀਆਂ ਵਾਪਰੀਆਂ ਨੇ, ਉਸੇ ਮਾਮਲੇ ਦੇ ਵਿੱਚ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਨੇ, ਖਾਸ ਤੌਰ ਤੇ ਭਾਈ ਬਰਜਿੰਦਰ ਸਿੰਘ ਪਰਵਾਨਾ ਦੀ ਗ੍ਰਿਫਤਾਰੀ ਹੋਈ ਹੈ, ਤਾਂ ਕਿਵੇਂ ਦੇਖਦੇ ਹੋ ਪੂਰੇ ਮਾਮਲੇ ਨੂੰ? ਆਖਰ ਉਹਨਾਂ ਦਾ ਕੀ ਰੋਲ ਇਹਦੇ ਵਿੱਚ ਨਜ਼ਰ ਆ ਰਿਹਾ ਜਿਹੜਾ ਉਸ ਦੇ ਮੁਤਾਬਕ ਦੱਸਿਆ ਗਿਆ? ਚੱਠਾ ਸਾਹਿਬ, ਇਸ ਤਰ੍ਹਾਂ ਹੈ ਕਿ ਬੀਤੇ 2 ਦਿਨ ਜਿਹੜੇ ਨੇ ਪਟਿਆਲਾ ਦੇ ਵਿੱਚ ਕਾਫੀ ਹਲਚਲ ਜਿਹੜੀ ਆ ਹੁੰਦੀ ਰਹੀ ਹੈ 2 ਦਿਨਾਂ ਤੋਂ। ਪਹਿਲੇ ਦਿਨ ਜਦੋਂ 29 ਅਪ੍ਰੈਲ ਨੂੰ ਜਿਹੜਾ ਮਾਰਚ ਕੱਢਿਆ ਗਿਆ, ਔਰ ਮਾਰਚ ਦੇ ਵਿਰੋਧ ਦੇ ਵਿੱਚ ਦੂਜੇ ਸੰਗਠਨ ਜਿਹੜੇ ਸਿੱਖ ਸੰਗਠਨ ਸੀ ਉਹ ਇਕੱਠੇ ਹੋਏ, ਉਹਨਾਂ ਨੇ ਵਿਰੋਧ ਕੀਤਾ ਤੇ ਕਾਲੀ ਮਾਤਾ ਮੰਦਿਰ ਦੇ ਲਾਗੇ ਜੋ ਹਿੰਸਕ ਘਟਨਾਵਾਂ ਹੋਈਆਂ, ਪਥਰਾਓਬਾਜ਼ੀ ਹੋਈ, ਉਹਦੇ ਨਾਲ ਤਾਂ ਇੱਕ ਵਾਰੀ ਇਸ ਤਰ੍ਹਾਂ ਲੱਗਾ ਕਿ ਇਹ ਮਾਹੌਲ ਜਿਹੜਾ ਪਤਾ ਨਹੀਂ ਕਿੱਧਰ ਨੂੰ ਚਲੇ ਜਾਏਗਾ। ਪਰ ਪੰਜਾਬ ਦੇ ਲੋਕਾਂ ਨੇ ਉਸ ਭਾਈਚਾਰਕ ਸਾਂਝ ਦਾ ਉਹ ਮਿਸਾਲ ਜਿਹੜੀ ਪੇਸ਼ ਕੀਤੀ ਹੈ, ਜਿਹੜੇ ਅੱਗੇ ਇਹ ਗੈਰ ਸ਼ਮਾਲ ਜਿਹੜੇ ਸ਼ਰਾਰਤੀ ਤੱਤ ਨੇ ਜਿਨ੍ਹਾਂ ਦੀ ਕੁਝ ਨਹੀਂ ਚੱਲੀ, ਤੇ ਪੰਜਾਬ ਦੇ ਲੋਕਾਂ ਨੇ ਆਪਣੀ ਉਸ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਵਾਸਤੇ ਆਪਣੀਆਂ ਉਹ ਪੁਰਾਣੀਆਂ ਮਿਸਾਲਾਂ ਕਾਇਮ ਕੀਤੀਆਂ ਨੇ ਕਿ ਜੋ ਮਰਜ਼ੀ ਹੋ ਜਾਵੇ, ਸਾਡਿਆਂ ਰਿਸ਼ਤਿਆਂ ਦੇ ਸਾਡੀ ਭਾਈਚਾਰਕ ਸਾਂਝ ਵਿੱਚ ਤਰੇੜਾਂ ਜਿਹੜੀਆਂ ਉਹ ਕਦੇ ਨਹੀਂ ਪੈ ਸਕਦੀਆਂ। ਤਾਂ ਉਸੇ ਦਿਨ ਹੀ ਜਿਹੜੇ ਹਿੰਦੂ ਸ਼ਿਵ ਸੈਨਾ ਦੇ ਲੀਡਰ ਸੀ ਪ੍ਰੀਤ ਸਿੰਘਲਾ, ਬਕਾਇਦਾ ਤੌਰ ਤੇ ਕਾਲੀ ਮਾਤਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਪਟਾਪਾ ਵੀ ਚਾੜਿਆ ਤੇ ਪੁਲਿਸ ਨੇ ਉਹਨਾਂ ਨੂੰ ਅਰੈਸਟ ਵੀ ਕਰ ਲਿਆ ਔਰ ਕੱਲ੍ਹ ਉਸਦੀ ਪੇਸ਼ੀ ਹੋਈ। ਇਹ ਕੱਲ੍ਹ ਦਾ ਦਿਨ ਜਿਹੜਾ ਸੀ ਹਿੰਦੂ ਜਥੇਬੰਦੀਆਂ ਵਾਪਰ ਦਾ ਜਿਹੜੇ ਕਾਲੀ ਮਾਤਾ ਮੰਦਿਰ ਦੇ ਨਾਲ ਸੰਬੰਧਿਤ ਧਿਰਾਂ ਸਨ, ਉਹਨਾਂ ਵੱਲੋਂ ਇੱਕ ਸ਼ਾਂਤਮਈ ਧਰਨੇ ਦਾ ਜਿਹੜਾ ਪ੍ਰਦਰਸ਼ਨ ਜਿਹੜਾ ਉਹ ਕੀਤਾ ਗਿਆ। ਮਾਰਚ ਵੀ ਉਹਨਾਂ ਨੇ ਕੱਢਣਾ ਸੀ ਆਪਣੀਆਂ ਮੰਗਾਂ ਨੂੰ ਲੈ ਕੇ। ਤਾਂ ਮੰਗਾਂ ਉਹਨਾਂ ਦੀਆਂ ਇਹ ਸਨ ਕਿ ਇਸ ਜੋ ਕੁਝ ਹਿੰਸਕ ਘਟਨਾਵਾਂ ਹੋਈਆਂ ਨੇ ਇਹਦੇ ਵਿੱਚ ਕੋਈ ਵੀ ਵਿਅਕਤੀ ਹੋਵੇ, ਚਾਹੇ ਉਹ ਕਿਸੇ ਵੀ ਵਰਗ ਨਾਲ ਸੰਬੰਧਿਤ ਹੋਵੇ, ਉਸ ਨੂੰ ਗ੍ਰਿਫਤਾਰ ਕੀਤਾ ਜਾਵੇ। 2 ਦਿਨਾਂ ਦਾ ਉਹ ਟਾਈਮ ਜਿਹੜਾ ਸੀ ਉਹ ਉਹਨਾਂ ਜਥੇਬੰਦੀਆਂ ਵੱਲੋਂ ਜਿਹੜੀਆਂ ਹਿੰਦੂ ਜਥੇਬੰਦੀਆਂ ਕੱਲ੍ਹ ਜਿਹੜਾ ਸ਼ਾਂਤਮਈ ਧਰਨਾ ਦੇ ਰਹੀਆਂ ਸਨ ਉਹਨਾਂ ਨੇ ਦਿੱਤਾ। ਤਾਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਉਹਨਾਂ ਦੀ ਗੱਲਬਾਤ ਕੀਤੀ। ਜ਼ਿਲ੍ਹਾ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਉਹਨਾਂ ਨੇ ਆਪਣਾ ਧਰਨਾ ਜਿਹੜਾ ਚੁੱਕ ਲਿਆ ਸੀ ਔਰ ਜਿਹੜਾ ਦੁਕਾਨਾਂ ਦੁਕਾਨਾਂ ਵੀ ਖੁੱਲ੍ਹ ਗਈ। ਪਰ ਫਿਰ ਉਸ ਤੋਂ ਮਗਰੋਂ ਜਿਹੜੀ ਪ੍ਰੈਸ ਕਾਨਫਰੰਸ ਹੋਈ ਹੈ, ਮੁਖਵਿੰਦਰ ਸਿੰਘ ਸ਼ੀਨਾ ਜੀ ਜਿਹੜੇ ਨਵੇਂ IG ਉੱਥੇ ਲੱਗੇ ਨੇ, ਉਹਨਾਂ ਨੇ ਫਿਰ ਗੱਲਬਾਤ ਕਰਦੇ ਆ ਇਹ ਜਿਹੜੇ ਇੰਕਸ਼ਾਫ ਕੀਤੇ ਨੇ ਕਿ ਬਰਜਿੰਦਰ ਸਿੰਘ ਪਰਵਾਨਾ ਜਿਹੜਾ ਆ ਮੁੱਖ ਸਾਜ਼ਿਸ਼ਕਾਰਾ ਮੰਨਿਆ ਗਿਆ ਹੈ, ਸਾਜ਼ਿਸ਼ਕਰਤਾ ਮੁੱਖ ਤੌਰ ਤੇ ਮੰਨਿਆ ਗਿਆ, ਜਿਹੜਾ ਸਾਰਿਆਂ ਲੋਕਾਂ ਨੂੰ ਭੜਕਾ ਕੇ ਜਿਹੜਾ ਸੀ ਉਧਰ ਨੂੰ ਲੈ ਗਿਆ ਕਾਲੀ ਮਾਤਾ ਮੰਦਿਰ ਵੱਲ। ਉਹਨੂੰ ਗ੍ਰਿਫਤਾਰ ਕਰ ਲਿਆ ਗਿਆ, ਜੋ ਕਥਿਤ ਤੌਰ ਤੇ ਸਾਡੇ ਕੋਲ ਜਾਣਕਾਰੀ ਪਹੁੰਚੀ ਹੈ। ਬੀਤੀ ਰਾਤ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਬਾਈ ਨੇਮ ਉਸਦੇ ਪਰਚਾ ਵੀ ਜਿਹੜਾ ਉਹ ਦਰਜ ਕੀਤਾ ਗਿਆ। 18 ਦੇ ਕਰੀਬ ਜਿਹੜੇ ਬੰਦੇ ਜਿਹੜੇ ਨੇ, 18 ਜਾਂ 28 ਦੇ ਕਰੀਬ ਜੋ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ, ਉਹਨਾਂ ਦੇ ਖਿਲਾਫ ਜਿਹੜੇ ਬਕਾਇਦਾ ਤੌਰ ਤੇ ਬਾਈ ਨੇਮ ਪਰਚੇ ਜਿਹੜੇ ਉਹ ਦਰਜ ਕੀਤੇ ਗਏ ਨੇ ਤੇ 100 ਦੇ ਕਰੀਬ ਇਹੋ ਜਿਹੇ ਅਣਪਛਾਤੇ ਲੋਕਾਂ ਨੂੰ ਇਹਨਾਂ ਦੇ ਵਿੱਚ ਰੱਖਿਆ ਗਿਆ ਹੈ। ਇਹ ਪੁਲਿਸ ਦੀ ਹੁਣ ਤੱਕ ਦੀ ਜਿਹੜੀ ਅਸੀਂ ਕਾਰਵਾਈ ਕਹਿ ਸਕਦੇ ਹਾਂ ਕਿ ਜੇਕਰ ਇੱਕ ਪਾਸੇ ਉਹ ਸ਼ਰਾਰਤੀ ਅਨਸਰ ਜਿਸਨੇ ਇਹ ਸਾਰੇ ਮਖਾਨ ਨੂੰ ਪੈਦਾ ਕੀਤਾ, ਤਾਂ ਦੂਜੇ ਪਾਸੇ ਉਹ ਵਿਅਕਤੀ ਜਿਹੜਾ ਹਜੂਰ ਨੂੰ ਲੈ ਕੇ ਗੁਰਦੁਆਰਾ ਬੂਟਵਾਲ ਸਾਹਿਬ ਤੋਂ ਉਧਰ ਨੂੰ ਤੁਰਿਆ, ਉਸ ਨੂੰ ਵੀ ਪੁਲਿਸ ਨੇ ਜਿਹੜਾ ਹੈ ਉਹ ਗ੍ਰਿਫਤਾਰ ਜਿਹੜਾ ਉਹ ਕਰ ਲਿਆ ਗਿਆ ਹੈ। ਆਊਟਲੁੱਕ ਜੋ ਜਾਣਕਾਰੀ ਸੀ ਰਾਤ ਤੱਕ ਤਾਂ ਪ੍ਰੈਸ ਕਾਨਫਰੰਸ ਕੀ, ਉਹਦੇ ਵਾਸਤੇ ਆਊਟਲੁੱਕ ਜਾਰੀ ਕਰ ਦਿੱਤਾ ਗਿਆ ਕਿਤੇ ਵਿਦੇਸ਼ਾਂ 'ਚ ਉਹ ਭੱਜ ਨਾ ਜਾਵੇ। ਪਰ ਜੋ ਬੀਤੀ ਰਾਤ ਸਾਡੇ ਸੋਰਸਾਂ ਤੋਂ ਜਾਣਕਾਰੀ ਮਿਲੀ ਹੈ, ਬਰਜਿੰਦਰ ਸਿੰਘ ਪਰਵਾਨਾ ਪੁਲਿਸ ਦੀ ਹਿਰਾਸਤ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹੋ ਹੀ ਹਿੰਦੂ ਸੰਗਠਨਾਂ ਦੀ ਮੰਗ ਸੀ, ਜਿਸ ਤਰੀਕੇ ਨਾਲ ਸਿੱਖ ਸੰਗਠਨ ਮੰਗ ਕਰ ਰਹੇ ਸਨ। ਖੈਰ ਬੀਤੀ ਰਾਤ ਅਜੀਤਪਾਲ ਸਿੰਘ ਕੋਹਲੀ ਜਿਹੜੇ ਨੇ ਉਹਨਾਂ ਨੇ ਵੀ ਮੰਦਿਰ ਵਿੱਚ ਜਾ ਕੇ ਮੱਥਾ ਟੇਕਿਆ। ਜਿਹੜੇ ਪਟਿਆਲਾ ਖੇਤਰ ਨਾਲ ਸੰਬੰਧਿਤ ਵਿਧਾਇਕ ਨੇ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕਰਕੇ
ਆਪਣੀ ਭਾਈਚਾਰਕ ਸਾਂਝ ਨੂੰ ਅਮਨ ਤੇ ਸ਼ਾਂਤੀ ਬਣਾਈ ਰੱਖਣ ਨੂੰ ਲੋਕਾਂ ਨੂੰ ਜਿਹੜੀ ਅਪੀਲ ਜਿਹੜੀ ਉਹ ਕੀਤੀ ਹੈਗੀ ਹੈ। ਚੱਠਾ ਜੀ, ਇਹ ਬੜੀਆਂ ਮਹੱਤਵਪੂਰਨ ਘਟਨਾਵਾਂ ਸੀ ਕਿਉਂਕਿ ਜਿਸ ਦਿਨ ਹਰੀ ਸਿੰਘਲਾ ਦੀ ਗ੍ਰਿਫਤਾਰੀ ਹੋਈ ਤਾਂ ਉਸ ਨੂੰ ਲੈ ਕੇ ਦੂਜੇ ਪਾਸੇ ਜਿਹੜੇ ਹਿੰਦੂ ਸੰਗਠਨ ਸੀ ਉਹ ਮੰਗ ਕਰ ਰਹੇ ਸਨ ਕਿ ਉਹਨਾਂ ਵਿਅਕਤੀਆਂ ਦੀ ਗ੍ਰਿਫਤਾਰੀ ਵੀ ਜ਼ਰੂਰੀ ਹੈ ਜਿਹੜੇ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਸਨ ਜਾਂ ਜਿਹੜੇ ਉਹਨਾਂ ਨੂੰ ਭੜਕਾ ਕੇ ਉਧਰ ਤੋਂ ਲੈ ਗਏ। ਹੁਣ ਇਹਦੇ ਸੰਬੰਧੀ ਨਵੇਂ ਇਨਕਸ਼ਾਫ ਜਿਹੜੇ ਨੇ ਉਹ ਮਿਲਦੇ ਪਏ ਨੇ ਤੇ ਬਲਜਿੰਦਰ ਸਿੰਘ ਪਰਵਾਨੇ ਦਾ 29 ਤਰੀਕ ਨੂੰ ਜਿਹੜਾ ਫੋਰਮ ਸੀ ਉਹ ਬੰਦ ਸੀ, ਕੁਝ ਜਥੇਬੰਦੀਆਂ ਕਰ ਰਹੀਆਂ। ਇਹ ਫਿਰ ਉਸ ਵਕਤ ਪਹੁੰਚਿਆ ਜਿਸ ਤਰ੍ਹਾਂ ਨੌਜਵਾਨ 29 ਨੂੰ 28 ਨੂੰ ਬੰਦ ਸੀ, 29 ਨੂੰ ਇਸ ਵੇਲੇ ਦੀ ਪਹੁੰਚਦਾ ਉੱਥੇ ਆਣ ਕੇ ਲੈਕਚਰ ਦਿੰਦਾ, ਭੜਕਾ ਕੇ ਇਹੋ ਹੀ ਉਸ ਜਥੇ ਜਿਹੜੇ ਸਿੱਖ ਜਥੇਬੰਦੀਆਂ ਸਨ ਉਹਨਾਂ ਦੀ ਅਗਵਾਈ ਕਰਦਾ ਹੋਇਆ ਉਧਰ ਨੂੰ ਖੜਦਾ ਆ ਤੇ ਕਾਲੀ ਮਾਤਾ ਮੰਦਿਰ ਦੇ ਲਾਗੇ ਜਾ ਕੇ ਉੱਥੇ ਜਿਹੜੀਆਂ ਘਟਨਾਵਾਂ ਜਿਹੜੀਆਂ ਨੇ ਸ਼ਰਮਯੋਗ ਜਿਵੇਂ ਸ਼ਰਮਨਾਕ ਘਟਨਾਵਾਂ ਉੱਥੇ ਵਾਪਰਦੀਆਂ ਨੇ ਦੋਹਾਂ ਦੇ ਨਾਲ ਉਧਰੋਂ ਪੱਥਰਬਾਜ਼ੀ ਹੁੰਦੀ ਹੈ, ਪੱਥਰਬਾਜ਼ੀ ਹੁੰਦੀ ਹੈ। ਸੋ ਜਿਸ ਤਰੀਕੇ ਨਾਲ ਪੁਲਿਸ ਨੇ ਇੱਕ ਪਾਸੇ ਹਰੀ ਸਿੰਘਲਾ ਨੂੰ ਨਾਮਜ਼ਦ ਕੀਤਾ ਆ ਇਸ ਸਾਜ਼ਿਸ਼ ਦੇ ਵਿੱਚ, ਦੂਜੇ ਪਾਸੇ ਬਲਜਿੰਦਰ ਸਿੰਘ ਪਰਵਾਨਾ ਵੀ ਸਾਜ਼ਿਸ਼ਕਰਤਾ ਦੇ ਰੂਪ ਦੇ ਵਿੱਚ ਪੁਲਿਸ ਦੇ ਉਸਨੂੰ ਤਫਤੀਸ਼ ਦੇ ਨਾਲ ਲੈ ਲਿਆ। ਚੱਠਾ ਜੀ, ਪ੍ਰਸ਼ਨ ਇਹ ਹੈ ਕਿ ਇਹੋ ਜਿਹੇ ਵਿਅਕਤੀ ਜਿਨ੍ਹਾਂ ਦਾ ਕੋਈ ਵੀ ਆਧਾਰ ਨਹੀਂ ਹੁੰਦਾ, ਪਰਵਾਨੇ ਦਾ ਵੇਖ ਲਓ, ਹਰੀ ਸਿੰਘਲੇ ਦਾ ਵੇਖ ਲਓ, ਹੋਰ ਕੋਈ ਇਹੋ ਜਿਹੇ ਛੋਟੇ ਵਿਅਕਤੀ ਵੇਖ ਲਓ ਕਿ ਜਿਹੜੇ ਕੇਵਲ ਤੇ ਕੇਵਲ ਸੋਸ਼ਲ ਮੀਡੀਆ ਤੇ ਇੱਕ ਵਿਚਾਰ ਨੂੰ ਪੈਦਾ ਕਰਦੇ ਆ, ਲੋਕਾਂ ਨੂੰ ਭੜਕਾ ਦਿੰਦੇ ਆ ਤੇ ਜੇਕਰ ਇਹਨਾਂ ਵਿਅਕਤੀਆਂ ਨੂੰ ਕਹੋ ਕਿ ਤੁਸੀਂ 10 ਵੋਟਾਂ ਲੈ ਕੇ ਦੱਸੋ ਤਾਂ ਮੇਰਾ ਨਹੀਂ ਖਿਆਲ ਕਿ ਇੱਕ ਵੀ ਵੋਟ ਇਹ ਪਰਵਾਨੇ ਵਰਗੇ ਜਾਂ ਸਿੰਘਲੇ ਵਰਗੇ ਬੰਦਿਆਂ ਨੂੰ ਪੈਣ। ਲੋਕਾਂ ਨੂੰ ਚਾਹੀਦਾ ਕਿ ਇਹੋ ਜਿਹੇ ਲੋਕਾਂ ਦੇ ਮਗਰ ਲਾ ਕੇ ਆਪਣੀਆਂ ਭਾਈਚਾਰਕ ਸਾਂਝਾਂ ਨੂੰ ਕਮਜ਼ੋਰ ਨਾ ਕਰੋ, ਉਹਨਾਂ ਨੂੰ ਤੋੜੋ ਨਾ, ਕਿਉਂਕਿ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਸ ਦੇ ਵਿੱਚ ਆਪਣੇ ਰਿਸ਼ਤੇ ਨਾਤੇ ਸਭ ਕੁਝ ਇਕੱਠੇ ਕਰਨ। ਮੈਂ ਇੱਕ ਨੇਤਾ ਦਾ ਬਿਆਨ ਸੁਣ ਰਿਹਾ ਸੀ, ਉਹ ਕਹਿੰਦਾ ਜਿਹੜਾ ਕਾਲੀ ਮਾਤਾ ਮੰਦਿਰ ਦੇ ਸਾਹਮਣੇ ਲੈਕਚਰ ਉਹ ਧਰਨੇ ਦੇ ਬੈਠੇ ਸਨ, ਉਹਨਾਂ ਨੇ ਕਿਹਾ ਕਿ ਸ਼ਰਾਰਤੀ ਅਨਸਰ ਨੇ, ਹਿੰਦੂਆਂ ਸਿੱਖਾਂ 'ਚ ਤੇ ਗੱਲ ਹੀ ਕੋਈ ਨਹੀਂ, ਕਿਉਂਕਿ ਸਾਡੇ ਤੇ ਜਿਹੜਾ ਸ਼ਮਸ਼ਾਨ ਘਾਟ ਆ ਹਿੰਦੂਆਂ ਸਿੱਖਾਂ ਦਾ ਉਹ ਵੀ ਸਾਂਝਾ, ਤੇ ਫਿਰ ਇਸ ਤਰੀਕੇ ਨਾਲ ਇਹ ਤੰਦਾਂ ਜਿਹੜੀਆਂ ਟੁੱਟ ਸਕਦੀਆਂ ਨੇ। ਪਟਿਆਲੇ ਦੇ ਲੋਕਾਂ ਨੇ ਆਪਸੀ ਭਾਈਚਾਰਕ ਸਾਂਝ ਦਾ ਜਿਹੜਾ ਇੱਕ ਸੁਨੇਹਾ ਦਿੱਤਾ, ਇੱਕ ਪ੍ਰਦਰਸ਼ਨ ਕੀਤਾ, ਉਸ ਦੀ ਸ਼ਲਾਘਾ ਕਰਨੀ ਬਣਦੀ ਹੈ ਤੇ ਪ੍ਰਮਾਤਮਾ ਕਰੇ ਹਮੇਸ਼ਾ ਹੀ ਡਾਲੇ। ਬਾਕੀ ਇਹੋ ਜਿਹੇ ਸਾਜ਼ਿਸ਼ ਕਰਤਾ ਉਹ ਕਿਸੇ ਵੀ ਪਾਰਟੀ ਦੇ ਹੋਣ, ਕੋਈ ਵੀ ਹੋਣ, ਉਹਨਾਂ ਦੇ ਚਿਹਰੇ ਨੇ ਉਹ ਜ਼ਰੂਰ ਲੱਗੇ ਹੋਣੇ ਚਾਹੀਦੇ ਜੀ। ਅਜੀ ਸਾਹਿਬ, ਜਿਹੜੇ ਕਾਰਵਾਈਆਂ ਨੇ ਉਹ ਹੁਣ ਵੀ ਹੋਈਆਂ ਨੇ, ਤਾਂ ਜੇਕਰ ਕਾਰਵਾਈਆਂ ਪਹਿਲਾਂ ਹੁੰਦੀਆਂ ਜਿਸ ਤਰੀਕੇ ਦੇ ਨਾਲ ਇਹ ਵੀਡੀਓ ਅਪਲੋਡ ਹੋਈ, ਭਾਈ ਬਲਜਿੰਦਰ ਸਿੰਘ ਪਰਵਾਨਾ ਦੀ ਗੱਲ ਕੀਤੀ ਜਾਵੇ ਜਾਂ ਫਿਰ ਹਰੀ ਸਿੰਘਲਾ ਜਿਸ ਦੇ ਵੱਲੋਂ ਛੇੜਾ ਛੇੜਿਆ ਗਿਆ ਸੀਗਾ, ਤਾਂ ਜੇਕਰ ਕਾਰਵਾਈਆਂ ਪੁਲਿਸ ਦੇ ਵੱਲੋਂ ਕਰ ਦਿੱਤੀਆਂ ਗਈਆਂ ਤਾਂ ਲੱਗਦਾ ਹੈ ਕਿ ਇਹ ਘਟਨਾ ਜਿਹੜੀ ਨਾ ਵਾਪਰਦੀ ਤਾਂ ਇਸ ਦੇ ਵਿੱਚ ਵੱਡਾ ਫੇਲਿਅਰ ਜਿਹੜਾ ਪੁਲਿਸ ਦਾ ਨਜ਼ਰ ਆ ਰਿਹਾ ਹੈ। ਚੱਠਾ ਜੀ, ਬਿਲਕੁਲ ਇਸ ਗੱਲ 'ਚ ਤਾਂ ਕੋਈ ਸ਼ੱਕ ਹੀ ਕੋਈ ਨਹੀਂ ਹੈ। ਉਸ ਵਕਤ ਵੀ ਜਿਸ ਵਕਤ ਸੰਗਤ ਜਿਹੜੀ ਹੈ ਗੁਰਦੁਆਰਾ ਦੂਖ ਜਮਾਤ ਵਿੱਚ ਇਕੱਠੀ ਹੋ ਚੁੱਕੀ ਸੀ, ਉਸ ਵਕਤ ਵੀ ਪੁਲਿਸ ਪ੍ਰਸ਼ਾਸਨ ਦੀ ਨਾਲਾਇਕੀ ਇਹ ਸਾਹਮਣੇ ਆਈ ਕਿ ਪੁਲਿਸ ਵੱਲੋਂ ਕੋਈ ਵੀ ਬੈਰੀਕੇਡਿੰਗ ਜਿਸ ਤਰੀਕੇ ਨਾਲ ਤਫਤੀਸ਼ ਕਿਉਂ ਕਾਰਨ ਜਿਹੜੇ ਹਿੰਸਾ ਭੜਕਣ ਦੇ ਕਾਰਨ ਕੀ ਆ, ਉਹਨਾਂ ਕਾਰਨਾਂ ਦੇ ਵਿੱਚ ਇਹ ਸਾਫ਼ ਤੌਰ ਤੇ ਜ਼ਾਹਿਰ ਹੋ ਰਿਹਾ ਕਿ ਪੁਲਿਸ ਵੱਲੋਂ ਬੈਰੀਕੇਡਿੰਗ ਨਹੀਂ ਕੀਤੀ ਗਈ, ਬਾਅਦ 'ਚ ਕੀਤੀ ਗਈ। ਪੁਲਿਸ ਨੂੰ ਪਤਾ ਸੀ ਕਿ ਇਹ ਇੱਥੋਂ ਜਥੇਬੰਦੀਆਂ ਚੱਲਣਗੀਆਂ, ਪੁਲਿਸ ਨੇ ਉਸ ਟਕਰਾਅ ਨੂੰ ਰੋਕਣ ਵਾਸਤੇ ਕਿਤੇ ਵੀ ਵਾਟਰ ਗੈਲਨ ਜਿਹੜੀ ਸੀ ਉਹਦਾ ਇੰਤਜ਼ਾਮ ਨਹੀਂ ਕੀਤਾ, ਕਿਤੇ ਵੀ ਜਿਹੜੀ ਰੈਪਿਡ ਐਕਸ਼ਨ ਫੋਰਸ ਹੁੰਦੀ ਹੈ ਕਿਤੇ ਉਹਦੀ ਤੈਨਾਤੀ ਪਟਿਆਲੇ ਦੇ ਵਿੱਚ ਨਹੀਂ ਸੀ ਉਸ ਸਮੇਂ ਹੈ ਕਿ ਜਦੋਂ ਇਹ ਜਥੇਬੰਦੀਆਂ ਗੁਰਦੁਆਰਾ ਦੂਖ ਜਮਾਤ 'ਚ ਇਕੱਠੀਆਂ ਹੋ ਰਹੀਆਂ ਸਨ। ਔਰ ਸਭ ਤੋਂ ਵੱਡੀ ਗੱਲ, ਜਿਹੜੀ ਪੁਲਿਸ ਅਧਿਕਾਰੀ ਸੀ ਇਹਨਾਂ ਨੂੰ ਸਮਝਾਉਂਦੇ ਹੋਏ ਨਾਲ ਚੱਲਦੇ ਸਨ ਕਿ ਠੀਕ ਆ, ਉੱਥੋਂ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਣ ਤੱਕ ਤੇ ਨਾਲ ਚੱਲਦੇ ਰਹੇ, ਤੇ ਈਵਨ ਕਿ ਕਾਲੀ ਮਾਤਾ ਮੰਦਿਰ ਤੱਕ ਵੀ ਰਸਤੇ ਦੇ ਵਿੱਚ ਇਹਨਾਂ ਨੂੰ ਰੋਕਣ ਵਾਸਤੇ ਪੁਲਿਸ ਵੱਲੋਂ ਕੋਈ ਵੀ ਇੰਤਜ਼ਾਮ ਨਹੀਂ ਸੀ ਕੀਤਾ ਗਿਆ। ਜਦੋਂ ਕਿ 29 ਅਪ੍ਰੈਲ ਨੂੰ ਮਾਫ 28 ਅਪ੍ਰੈਲ ਨੂੰ ਪੁਲਿਸ ਨੂੰ ਪਤਾ ਲੱਗ ਚੁੱਕਾ ਸੀ ਕਿ ਕੱਲ ਇਹੋ ਜਿਹੀਆਂ ਘਟਨਾਵਾਂ ਹੋ ਸਕਦੀਆਂ ਨੇ, ਪਰ ਪੁਲਿਸ ਨੇ ਇਸ ਨੂੰ ਬਹੁਤ ਹੌਲੀ ਵਿੱਚ ਲਿਆ। ਜ਼ਿਲ੍ਹਾ ਪ੍ਰਸ਼ਾਸਨ ਨੇ ਬੜਾ ਸੰਜੀਦਗੀ ਨਾਲ ਇਸ ਨੂੰ ਉਹਨਾਂ ਨੇ ਨਹੀਂ ਲਿਆ, ਬਲਕਿ ਹਲਕੇ ਫੁਲਕੇ ਅੰਦਾਜ਼ 'ਚ ਲਿਆ, ਜਿਸ ਤਰੀਕੇ ਨਾਲ ਆਮ ਹੁੰਦਾ ਕਿ ਠੀਕ ਆ ਘਟਨਾ ਹੋ ਜਾਏਗਾ। ਤੇ ਜਦੋਂ ਕਿ ਗੁਰਦੁਆਰਾ ਦੂਖ ਜਮਾਤ ਦੇ ਵਿੱਚ ਪੰਜਾਬ ਤੋਂ ਕੋਨੇ ਤੋਂ ਲੋਕ ਜਿਹੜੇ ਪਹੁੰਚ ਰਹੇ ਸਨ, ਦੂਜੇ ਪਾਸੇ ਹਿੰਦੂ ਜਥੇਬੰਦੀਆਂ ਦੇ ਲੋਕ ਵੀ ਪਹੁੰਚੇ ਹੋਣ ਦੀ ਜ਼ਰੂਰੀ ਨਹੀਂ ਕਿ ਸਿੱਖ ਜਥੇਬੰਦੀਆਂ ਦੇ ਲੋਕ ਪਹੁੰਚੇ। ਪ੍ਰਸ਼ਾਸਨ ਇੰਟੈਲੀਜੈਂਸ ਇਨਪੁਟ ਜ਼ਿਲ੍ਹਾ ਪ੍ਰਸ਼ਾਸਨ ਕੋਲ ਸੀ, ਪੁਲਿਸ ਕੋਲ ਸੀ, ਪਰ ਇਸ ਦੇ ਬਾਵਜੂਦ ਪੁਲਿਸ ਸੁੱਤੀ ਰਹੀ। ਕਿਉਂ ਸੁੱਤੀ ਰਹੀ, ਇਸ ਦਾ ਹੁਣ ਜਾਂਚ ਦੇ ਦੌਰਾਨ ਜਿਹੜਾ ਵਿਸ਼ਾ ਸਾਹਮਣੇ ਆਏਗਾ। ਦੰਗਾ ਰੋਕੂ ਫੋਰਸ ਕੋਈ ਨਹੀਂ ਸੀ ਉੱਥੇ, ਨਾ ਹੀ ਉੱਥੇ ਵਾਟਰ ਗੈਲਨ ਦਾ ਪ੍ਰਯੋਗ ਸੀ, ਮਤਲਬ ਫਾਇਰ ਵੱਡੀਆਂ ਗੱਡੀਆਂ ਪਾਣੀ ਸੁੱਟਣ ਵਾਲੀਆਂ ਕੋਈ ਵੀ ਇੰਤਜ਼ਾਮ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਹੀਂ ਸੀ ਕੀਤਾ ਗਿਆ ਕਿ ਜੇਕਰ ਇਹੋ ਜਿਹੀ ਸਥਿਤੀ ਆਉਂਦੀ ਹੈ ਤਾਂ ਇਸ ਨੂੰ ਕਿਵੇਂ ਟੈਕਲ ਕਰਨਾ। ਤਾਂ ਫਿਰ ਉਹੀ ਹੋਇਆ ਜਿਸ ਦਾ ਡਰ ਸੀ। ਤਾਂ ਇਸ ਗੱਲ ਨੂੰ ਤਾਂ ਮੰਨਣਾ ਪਏਗਾ ਕਿ ਪ੍ਰਸ਼ਾਸਨ ਅਗਰ ਚਾਹੁੰਦਾ ਤਾਂ ਇਹੋ ਜਿਹੀਆਂ ਘਟਨਾਵਾਂ ਤੇ ਰੋਕ ਲੱਗ ਸਕਦੀ ਸੀ, ਪਰ ਸ਼ਾਇਦ ਪ੍ਰਸ਼ਾਸਨ ਕੁੰਭ ਕਰਦੇ ਨੀਂਦੇ ਸੁੱਤਾ ਹੀ, ਉਹ ਵੀ ਕੋਈ ਇਹੋ ਜਿਹਾ ਪ੍ਰਯੋਗ ਕਰਨਾ ਚਾਹੁੰਦਾ ਸੀ ਜਿਹੜਾ ਪ੍ਰਯੋਗ ਹੋ ਗਿਆ। ਪਰ ਗਾਹ ਜਿਹੜੀ ਐਸਐਸਪੀ ਨਾਨਕ ਸਿੰਘ ਤੇ ਲੱਗੀ ਹੈ
ਡਿਗਰੀ ਚਾਹੀਦੀ ਵੀ ਹੈ ਕਿ ਜਿਹੜੇ ਵਿਅਕਤੀਆਂ ਨੂੰ ਪਹਿਲਾਂ ਪਤਾ ਸੀ, ਸਭ ਕੁਝ ਪਤਾ ਸੀ, ਪਰ ਉਸ ਵਕਤ ਤੁਸੀਂ ਰਿਵਾਲਵਰ ਕੱਢ ਕੇ ਫਾਇਰਿੰਗ ਕਰਦੇ ਜੇ ਇੱਕ ਸਿੰਗਮ ਬਣਨ ਦੀ ਕੋਸ਼ਿਸ਼ ਕਰ ਰਹੇ ਜੀ। ਇਹੋ ਜਿਹਾ ਸਿੰਗਮ ਜਿਹੜਾ ਬਾਅਦ ਚ ਬਣਿਆ ਜਾ ਸਕਦਾ, ਅਜੇ ਇਹਨਾਂ ਸ਼ੁਕਰ ਕਰੋ ਕੀਮਤੀ ਜਾਨਾਂ ਬਚ ਗਈ। ਇਸ ਆਮੋ ਸਾਹਮਣੇ ਟਕਰਾਅ ਦੇ ਵਿੱਚ ਟਕਰਾਅ ਹੋ ਨਹੀਂ ਸਕਦਾ, ਤੇ ਜੇ ਟਕਰਾਅ ਹੋ ਜਾਂਦਾ ਤੇ ਇਹ ਸਿੰਗਮ ਹੋਣੇ ਵਾਲੀ ਸ਼ਕਤੀ ਕਿਸੇ ਨੇ ਨਹੀਂ ਵੇਖਣੀ। ਨਾਨਕ ਸਿੰਘ ਨੂੰ ਚਾਹੀਦਾ ਸੀ ਘੱਟ ਤੋਂ ਘੱਟ ਉਹ ਸਭ ਤੋਂ ਪਹਿਲਾਂ ਉਸ ਜਥੇਬੰਦੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦਾ, ਜਾਂ ਆਪਣਾ ਪੂਰਾ ਇੰਤਜ਼ਾਮ ਉੱਥੇ ਟਕਾ ਕੇ ਕਰਦੇ, ਜਿਹਦੇ ਨਾਲ ਇਹ ਜਿਹੀਆਂ ਸਥਿਤੀਆਂ ਨਾ ਵਾਪਰਨ। ਜੀ ਬਿਲਕੁਲ ਡਾਕਟਰ ਸਾਹਿਬ, ਜਿਸ ਤਰੀਕੇ ਦੇ ਨਾਲ ਗੱਲ ਕੀਤੀ ਜਾਵੇ ਤਾਂ ਪਟਿਆਲਾ ਘਟਨਾ ਦੌਰਾਨ ਸਿੱਖ ਜਥੇਬੰਦੀਆਂ ਦੇ ਜਿਹੜੇ ਆਗੂ ਸੀਗੇ ਜਾਂ ਫਿਰ ਲੋਕ ਸੀਗੇ, ਉਹਨਾਂ ਦੇ ਹੱਥ ਦੇ ਵਿੱਚ ਖਾਸ ਤੌਰ ਤੇ ਦੇਖਿਆ ਜਾਵੇ ਤਾਂ ਸੰਤ ਭਿੰਡਰਾਂਵਾਲੇ ਦੀਆਂ ਤਸਵੀਰਾਂ ਤੇ ਉਧਰ ਦੀਪ ਸਿੱਧੂ ਦੀਆਂ ਤਸਵੀਰਾਂ ਨੇ ਉਹਨਾਂ ਦੇ ਹੱਥ 'ਚ ਨਜ਼ਰ ਆਈਆਂ, ਤੇ ਉਧਰ ਹੁਣ ਸਿਮਰਜੀਤ ਸਿੰਘ ਮਾਨ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ, ਤੇ ਉਹਨਾਂ ਦੇ ਵੀ ਕਰੀਬੀ ਸੀਗੇ ਦੀਪ ਸਿੱਧੂ, ਤਾਂ ਉਹਨਾਂ ਦਾ ਜਿਹੜਾ ਬਿਆਨ ਸਾਹਮਣੇ ਆਇਆ ਉਸ ਦੇ ਵਿੱਚ ਕੋਈ ਅਸਲੀਅਤ ਨਜ਼ਰ ਆਉਂਦੀ ਹੈ ਜਾਂ ਫਿਰ ਸਿਆਸਤ ਨਜ਼ਰ ਆਉਂਦੀ ਹੈ? ਦੇਖੋ, ਮਾਨ ਸਾਹਿਬ ਦੀ ਜਿਹੜੀ ਸਿਆਸਤ ਹੈ ਇੱਕ ਹੋਰ ਤਰੀਕੇ ਦੀ ਸਿਆਸਤ ਆ। ਜੋ ਮਰਜ਼ੀ ਹੋ ਜੇ, ਉਹਨਾਂ ਨੇ ਖਾਲਿਸਤਾਨ ਦਾ ਰਾਜ ਜਿਹੜਾ ਆਪਣਾ ਹੀ ਆਪਣਾ ਭਾਈ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਣ, ਭਾਈ ਕਿਤੇ ਵੀ ਜਾਣ, ਉਹਨਾਂ ਦੀ ਵਿਚਾਰਧਾਰਾ ਜਿਹੜੀ ਉਹ ਖਾਲਿਸਤਾਨ ਤੱਕ ਸੀਮਿਤ ਹੈਗੀ ਹੈ। ਤੇ ਉਸ ਵਿਚਾਰਧਾਰਾ ਨੂੰ ਉਹਨਾਂ ਨੇ ਇਹਨਾਂ ਚੋਣਾਂ 'ਚ ਵੀ ਅਜ਼ਮਾ ਕੇ ਵੇਖ ਲਿਆ। ਜਦੋਂ ਦੀਪ ਸਿੱਧੂ ਉਹਨਾਂ ਨਾਲ ਤੁਰਿਆ, ਕਿੰਨੀਆਂ ਕੁ ਵੋਟਾਂ ਸਿਮਰਜੀਤ ਸਿੰਘ ਮਾਨ ਨੂੰ ਪਈਆਂ। ਇਹ ਹੈ ਵਿਅਕਤੀ ਦਾ ਆਪਣੀਆਂ ਪਾਰਟੀਆਂ ਦੇ ਕਿਰਦਾਰ 'ਚ ਆਪਣੀ ਵਿਚਾਰਧਾਰਾ ਦਾ ਸਮਰਥਨ ਵੇਖਣਾ ਹੋਵੇ ਤਾਂ ਬੰਦਾ ਇਹ ਜ਼ਰੂਰ ਵੇਖ ਲੇ ਕਿ ਸਾਡੇ ਸਮਰਥਨ 'ਚ ਕਿੰਨੇ ਕੁ ਲੋਕ ਨਿਤਰੇ ਨੇ ਵੋਟਾਂ ਦੇ ਵਿੱਚ। ਬਾਕੀ ਹਰ ਬੰਦੇ ਨੂੰ ਆਪੋ ਆਪਣੀ ਵਿਚਾਰਧਾਰਾ ਰੱਖਣ ਦਾ ਹੱਕ ਹੈਗਾ। ਤਾਂ ਮਾਨ ਸਾਹਿਬ ਨੇ ਕੱਲ੍ਹ ਪ੍ਰੈਸ ਕਾਨਫਰੰਸ ਕੀਤੀ, ਬੇਸ਼ੱਕ ਉਹਨਾਂ ਨੇ ਕੱਲ ਵੀ ਆਪਣੀ ਉਹ ਗੱਲ ਕਰਾਈ ਕਿ ਹਾਂ ਅਸੀਂ ਖਾਲਿਸਤਾਨ ਲੈਣਾ, ਠੀਕ ਹੈ, ਬਹੁਤ ਜਿਹੜਾ ਦੇਣਾ ਚਾਹੀਦਾ, ਪਰ ਕੱਲ ਉਹਨਾਂ ਨੇ ਪ੍ਰੈਸ ਕਾਨਫਰੰਸ ਇਹ ਗੱਲ ਕਹੀ ਕਿ ਪਟਿਆਲਾ ਹਿੰਸਾ ਦੇ ਵਿੱਚ ਸਾਡਾ ਕੋਈ ਹੱਥ ਨਹੀਂ, ਅਸੀਂ ਇਹਦੀ ਨਿਖੇਧੀ ਕਰਦੇ ਹਾਂ, ਸਾਡਾ ਕੋਈ ਹੱਥ ਨਹੀਂ ਹੈਗਾ। ਤੇ ਜਦੋਂ ਕਿ ਦੂਸਰੇ ਪਾਸੇ ਜਿਹੜੇ ਉਸ ਵਕਤ ਜਿਹੜੇ ਝੰਡੇ ਉੱਤੇ ਲਿਖੇ ਗਏ, ਉਹਦੇ ਵਿੱਚ ਦੀਪ ਸਿੱਧੂ ਦੇ ਬੰਦੇ ਵੀ ਸਨ, ਸ਼੍ਰੋਮਣੀ ਅਕਾਲੀ ਦਲ ਮਾਨ ਗਰੁੱਪ ਦੇ ਬੰਦਿਆਂ ਦੇ ਝੰਡੇ ਵੀ ਜਿਹੜੇ ਫੜੇ ਹੋਏ ਸਨ। ਤਾਂ ਖੈਰ ਜਿਹੜਾ ਮਾਨ ਸਾਹਿਬ ਦਾ ਇਹ ਬਿਆਨ ਆ, ਮਾਨ ਸਾਹਿਬ ਦਾ ਬਿਆਨ ਸਿਆਸਤ ਤੋਂ ਪ੍ਰੇਰਿਤ ਜਿਹੜਾ ਉਹ ਲੱਗਦਾ ਕਿ ਸਭ ਕੁਝ ਕਰ ਕਰਾਉਣ ਤੋਂ ਬਾਅਦ, ਕਿਉਂਕਿ ਮਾਨ ਸਾਹਿਬ ਦੀ ਜਿਹੜੀ ਰਾਜਨੀਤੀ ਹਮੇਸ਼ਾ ਇਹੋ ਜਿਹੀ ਰਹੀ ਹੈ ਕਿ ਉਹ ਖਾਲਿਸਤਾਨ ਦੇ ਸਮਰਥਕ, ਕੱਟੜ ਸਮਰਥਕ ਰਹੇ ਨੇ। ਬੇਸ਼ੱਕ ਉਹਨਾਂ ਨਾਲ ਦੋ ਵਿਅਕਤੀ ਵੀ ਨਾ ਚੱਲਣ, ਤੇ ਸ਼ਾਇਦ ਇਹੋ ਹੀ ਕਾਰਨ ਆ ਕਿ 40 ਸਾਲ ਦਾ ਉਹਨਾਂ ਨੂੰ ਸਿੱਖ ਪੰਜਾਬ ਦੀ ਰਾਜਨੀਤੀ 'ਚ ਪ੍ਰਵੇਸ਼ ਕੀਤਿਆ ਹੋ ਗਿਆ, ਪਰ ਅੱਜ ਤੱਕ ਉਹਨਾਂ ਦਾ ਇੱਕ ਵੀ ਵਿਧਾਇਕ ਕਿਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਮੇਰਾ ਨਹੀਂ ਖਿਆਲ ਕਦੇ ਪਹੁੰਚਿਆ ਹੋਵੇ 92 ਤੋਂ ਲੈ ਕੇ ਹੁਣ ਤੱਕ ਸਿਮਰਜੀਤ ਸਿੰਘ ਮਾਨ ਤੱਕ। ਸੋ ਸਥਿਤੀਆਂ ਜਿਹੜੀਆਂ ਨੇ ਇਸ ਤਰ੍ਹਾਂ ਦੀਆਂ ਨੇ ਕਿ ਮਾਨ ਸਾਹਿਬ ਦਾ ਇਹ ਬਿਆਨ ਸਿਆਸਤ ਤੋਂ ਪ੍ਰੇਰਿਤ ਆ। ਬਾਕੀ ਇਹ ਜ਼ਰੂਰੀ ਹੈ ਕਿ ਇਹੋ ਜਿਹੀਆਂ ਸਥਿਤੀਆਂ ਨਾ ਆਉਣ। ਹਰ ਪਾਰਟੀ ਨੂੰ ਆਪਣੀ ਵਿਚਾਰਧਾਰਾ ਰੱਖਣ ਦਾ ਹੱਕ ਜ਼ਰੂਰ ਆ, ਪਰ ਉਹਨਾਂ ਨੂੰ ਇਹ ਨਹੀਂ ਚਾਹੀਦਾ ਕਿ ਉਹ ਦੂਜਿਆਂ ਦੇ ਉਹਨਾਂ ਦੀ ਵਿਚਾਰਧਾਰਾ ਦੂਜਿਆਂ ਵਾਸਤੇ ਖਤਰੇ ਦਾ ਸੰਕੇਤ। ਜੀ ਬਿਲਕੁਲ, ਤੇ ਨਾਲ ਹੀ ਗੱਲ ਕਰਾਂਗੇ ਇਸ ਘਟਨਾ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਵੱਡਾ ਬਿਆਨ ਸਾਹਮਣੇ ਆ, ਉਹਨਾਂ ਨੇ ਸਮਰਥਨ ਦੇਣ ਦੀ ਗੱਲ ਕਹੀ ਹੈ ਹਰ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੂੰ। ਤਾਂ ਗੱਲ ਕੀਤੀ ਜਾਵੇ ਨਵਜੋਤ ਸਿੰਘ ਸਿੱਧੂ ਦੀ, ਜਿਹੜੇ ਅਕਸਰ ਹੀ ਪੰਜਾਬ ਸਰਕਾਰ ਨੂੰ ਭੇਜ ਰਹਿੰਦੇ ਨੇ, ਮਾਨ ਸਰਕਾਰ ਤੇ ਸਵਾਲ ਚੁੱਕਦੇ ਨੇ, ਉਹਨਾਂ ਦੇ ਜੱਦੀ ਸ਼ਹਿਰ ਦੇ ਵਿੱਚ ਘਟਨਾ ਵਾਪਰੀ ਹੈ, ਪਰ ਨਵਜੋਤ ਸਿੰਘ ਦਾ ਕੋਈ ਬਿਆਨ ਨਹੀਂ ਸਾਹਮਣੇ ਆਇਆ। ਤੇ ਜਿਹੜਾ ਸੁਖਬੀਰ ਬਾਦਲ ਦਾ ਬਿਆਨ ਸਾਹਮਣੇ ਆਇਆ, ਉਸ ਨੂੰ ਕਿਵੇਂ ਦੇਖਦੇ ਹੋ? ਬਿਲਕੁਲ, ਕੱਲ ਸੁਖਬੀਰ ਸਿੰਘ ਬਾਦਲ ਹੋਣਾ ਦਾ ਬਿਆਨ ਵੀ ਆਇਆ। ਸੁਖਬੀਰ ਸਿੰਘ ਬਾਦਲ ਹੋਣਾ ਨੇ ਉਸ ਵਕਤ ਬਿਆਨ ਦਿੱਤਾ ਜਦੋਂ ਭਗਵੰਤ ਸਿੰਘ ਮਾਨ ਨੇ ਇਹ ਗੱਲ ਕਹੀ ਦਿੱਲੀ 'ਚ ਬੈਠਿਆਂ ਕਿ ਜਿਹੜੀ ਪਟਿਆਲਾ 'ਚ ਹਿੰਸਾ ਹੋਈ ਆ ਜਾਂ ਪਟਿਆਲੇ 'ਚ ਜਿਹੜੀਆਂ ਘਟਨਾਵਾਂ ਹੋਈਆਂ ਨੇ, ਉਹਦੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸ਼ਿਵ ਸੈਨਾ ਦੇ ਆਪਸੀ ਵਰਕਰ ਜਿਹੜੇ ਭਾਜਪਾ ਦੇ ਵਰਕਰ ਜਿਹੜੇ ਜ਼ਿੰਮੇਵਾਰ ਨੇ। ਤਾਂ ਉਸ ਤੋਂ ਤੁਰੰਤ ਬਾਅਦ ਫਿਰ ਡਾਕਟਰ ਦਲਜੀਤ ਸਿੰਘ ਚੀਮੇ ਦਾ ਪ੍ਰਤੀਕਰਮ ਆਇਆ, ਤੇ ਫਿਰ ਸੁਖਬੀਰ ਸਿੰਘ ਬਾਦਲ ਦਾ ਵੀ ਆਇਆ। ਸੁਖਬੀਰ ਸਿੰਘ ਬਾਦਲ ਹੋਣਾ ਨੇ ਇਹ ਗੱਲ ਕਹੀ ਹੈ ਕਿ ਸਾਡੇ ਰਾਜਨੀਤਿਕ ਮਤਭੇਦ ਹੋ ਸਕਦੇ ਆ, ਪਰ ਮੈਂ ਭਗਵੰਤ ਮਾਨ ਦੇ ਨਾਲ ਖੜਾ ਹਾਂ ਔਰ ਪੰਜਾਬ ਦੇ ਨਾਲ ਅਸੀਂ ਇਹੋ ਜਿਹਾ ਜਿਹੜੀ ਭਾਈਚਾਰਕ ਸਾਂਝ ਹੈ ਉਹਨੂੰ ਕਮਜ਼ੋਰ ਨਹੀਂ ਹੋਣ ਦੇਵਾਂਗੇ। ਅਸੀਂ ਹਰ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਸਰਕਾਰ ਦੇ ਨਾਲ ਖੜੇ ਹਾਂ ਔਰ ਹਰ ਮੁਕਾਮ ਸਾਥ ਦੇ ਤਿਆਰ ਹਾਂ। ਇਹ ਪਰ ਬਿਆਨ ਆਇਆ ਉਦੋਂ ਜਦੋਂ ਬਾਅਦ ਦੇ ਵਿੱਚ ਜਦੋਂ ਪਹਿਲਾਂ ਭਗਵੰਤ ਮਾਨ ਨੇ ਆਪਣੀ ਇਸ ਸੰਬੰਧੀ ਬਿਆਨ ਦਿੱਤਾ। ਖੈਰ ਇਹੋ ਜਿਹੇ ਬਿਆਨ ਰਾਜਨੀਤਿਕ ਬਿਆਨ ਜਿਹੜੇ ਹੁੰਦੇ ਆ, ਕੌਣ ਰਾਜਨੀਤਿਕ, ਕਿਉਂਕਿ ਰਾਜਨੀਤਿਕ ਪਾਰਟੀਆਂ ਨੇ ਇਹ ਅਸੀਂ ਕਹਿ ਸਕਦੇ ਕਿ ਉਸ ਸਮੇਂ ਦੀ ਨਜ਼ਾਕਤ ਦੇ ਅਨੁਸਾਰ ਇਹੋ ਜਿਹੇ ਬਿਆਨ ਦੇ ਕੇ ਆਪਣੀ ਪਿੱਠ ਥਾਪੜ ਨਹੀਂ ਹੁੰਦੀ। ਜੀ ਵੇਖੋ ਜੀ, ਇਹ ਤਾਂ ਸਰਕਾਰ ਨੂੰ ਸਹਿਯੋਗ ਦੇਣ ਵਾਸਤੇ ਪੂਰਨ ਤੌਰ ਤੇ ਤਿਆਰ ਆ, ਤਾਂ ਬਾਕੀ ਜਿਹੜੀ ਸਰਕਾਰ ਆ ਉਹਨੂੰ ਸਹਿਯੋਗ ਲੈਣ ਦੀ ਲੋੜ ਨਹੀਂ ਹੁੰਦੀ, ਕਿਉਂਕਿ ਸਰਕਾਰ ਤਾਂ ਫਿਰ ਸਰਕਾਰ ਆ, ਉਹ ਸਾਰੇ ਪਾਸਿਓਂ ਸਮਰੱਥ ਆ।
ਇਹ ਰਾਜਨੀਤੀ ਸਿਆਸਤ ਉੱਤੇ ਇੱਕ ਜਿਹੇ ਬਿਆਨ ਹੁੰਦੇ ਨੇ। ਪਰ ਚੱਠਾ ਜੀ ਬੜੀ ਹੈਰਾਨਗੀ ਦੀ ਗੱਲ ਆ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਬੀਤੇ 1 ਮਹੀਨੇ ਤੋਂ ਲਗਾਤਾਰ ਪੰਜਾਬ ਸਰਕਾਰ ਤੋਂ ਹਰ ਮੁੱਦੇ ਤੇ ਘੇਰਦੇ ਰਹੇ ਔਰ ਈਵਨ ਕਿ ਭਗਵੰਤ ਮਾਨ ਨੂੰ ਨਿੱਜੀ ਪੱਧਰ ਤੇ ਵੀ ਉਹਨਾਂ ਨੇ ਬੜੀਆਂ ਖਰੀਆਂ ਜਿਹੜੀਆਂ ਬੀਤੇ ਦਿਨਾਂ 'ਚ ਸੁਣਾਈਆਂ। ਪਰ ਆਹ 2 ਦਿਨ ਹੋ ਚਲੇ ਆ ਨਵਜੋਤ ਸਿੰਘ ਸਿੱਧੂ ਦਾ ਪਟਿਆਲਾ ਹਿੰਸਾ ਤੇ ਕੋਈ ਵੀ ਟਵੀਟ ਦੇ ਵਿੱਚ ਬਿਆਨ ਨਾ ਆਉਣਾ ਬੜਾ ਹੈਰਾਨੀ ਦੀ ਸਥਿਤੀ ਨੂੰ ਪੈਦਾ ਕਰਦਾ। ਨਾ ਹਾਲਾਂਕਿ ਰਾਜਾ ਵੜਿੰਗ ਦੀ ਸਟੇਟਮੈਂਟ ਵੀ ਆਈ ਆ, ਪ੍ਰਤਾਪ ਸਿੰਘ ਬਾਜਵਾ ਹੋਣਾ ਦਾ ਵੀ ਬਿਆਨ ਆਇਆ, ਪਰ ਨਵਜੋਤ ਸਿੰਘ ਸਿੱਧੂ ਇਸ ਮਸਲੇ ਦੇ ਪੂਰਨ ਤੌਰ ਤੇ ਜਿਹੜੇ ਚੁੱਪ ਨਜ਼ਰ ਆਏ ਨੇ। ਇਹ ਉਹਨਾਂ ਦੀ ਚੁੱਪੀ ਦਾ ਕੀ ਰਾਜ ਹੈ ਇਹ ਸਮਝਦੀ ਆ, ਕਿਉਂਕਿ ਨਵਜੋਤ ਸਿੰਘ ਸਿੱਧੂ ਹਰ ਮੁੱਦੇ ਤੇ ਪੰਜਾਬ ਸਰਕਾਰ ਨੂੰ ਘੇਰਦੇ ਰਹੇ, ਭਗਵੰਤ ਮਾਨ ਨੂੰ ਘੇਰਦੇ ਰਹੇ, ਅਰਵਿੰਦ ਕੇਜਰੀਵਾਲ ਨੂੰ ਘੇਰਦੇ ਰਹੇ ਤੇ ਹੁਣ ਪਟਿਆਲਾ ਤਾਂ ਉਹਨਾਂ ਦਾ ਜੱਦੀ ਸ਼ਹਿਰ ਆ ਔਰ ਉੱਥੇ ਇੰਨੀਆਂ ਵੱਡੀਆਂ ਘਟਨਾਵਾਂ ਜਿਹੜੀਆਂ ਵਾਪਰ ਗਈਆਂ ਜਿਨ੍ਹਾਂ ਨੇ ਭਾਈਚਾਰਕ ਸਾਂਝ ਨੂੰ ਅੱਗ ਲਾਉਣ ਦਾ ਯਤਨ ਕੀਤਾ, ਤਾਂ ਉਹ ਸ਼ਹਿਰ ਦੇ ਹੋਰ ਬਸ਼ਿੰਦੇ ਜਿੱਥੋਂ ਰਾਜਨੀਤੀ ਸ਼ੁਰੂ ਹੁੰਦੀ ਹੈ, ਕੈਪਟਨ ਅਮਰਿੰਦਰ ਸਿੰਘ, ਪ੍ਰਦੀਪ ਕੌਰ, ਉਹਨਾਂ ਦੇ ਟਵੀਟ ਆਏ, ਪਰ ਨਵਜੋਤ ਸਿੱਧੂ ਦਾ ਟਵੀਟ ਜਿਹੜਾ ਇਸ ਸੰਬੰਧ ਵਿੱਚ ਨਹੀਂ ਆਇਆ। ਪਤਾ ਨਹੀਂ ਕਿਸ ਤੇ ਕੀ ਕਾਰਨ ਹੋ ਸਕਦੇ ਆ, ਨਾ ਹੀ ਉਹਨਾਂ ਦਾ ਕੋਈ ਇਸ ਸੰਬੰਧ ਵਿੱਚ ਬਿਆਨ ਆਇਆ, ਨਾ ਹੀ ਉਹਨਾਂ ਨੇ ਸਰਕਾਰ ਨੂੰ ਦੋਸ਼ੀ ਠਹਿਰਾਇਆ। ਜਿਸ ਤਰ੍ਹਾਂ ਆਦਤਨ ਉਹਨਾਂ ਨੇ ਇਹ ਨੁਕਤਾਚੀਨੀ ਜ਼ਰੂਰ ਇਸ ਪ੍ਰਸੰਗ ਵਿੱਚ ਉਹਨਾਂ ਨੇ ਕਰਨੀ ਸੀ, ਪਰ ਉਹਨਾਂ ਦਾ ਨਾਮ ਬਿਆਨ ਹੋਣਾ ਇੱਕ ਹੈਰਾਨੀ ਜਿਹੜੀ ਜ਼ਰੂਰ ਪੈਦਾ ਕਰਦਾ ਜੀ। ਬਿਲਕੁਲ, ਤਾਂ ਇਹ ਤਾਂ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਕਿ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਹੁਣ 2-4 ਦਿਨਾਂ ਤੋਂ ਜਿਹੜੇ ਚੁੱਪ ਨਜ਼ਰ ਆ ਰਹੇ ਨੇ ਉਹਦੇ ਕੀ ਕਾਰਨ ਨੇ। ਤੇ ਨਾਲ ਹੀ ਗੱਲ ਕਰਾਂਗੇ ਬਿਜਲੀ ਸੰਕਟ ਆ ਜਿਹੜਾ ਉਹ ਲਗਾਤਾਰ ਮੰਡਰਾ ਰਿਹਾ ਹੈ। ਹੁਣ ਕੱਲੇ ਪੰਜਾਬ ਦੀ ਗੱਲ ਨਹੀਂ ਹੈਗੀ, ਪੂਰੇ ਦੇਸ਼ ਭਰ ਦੇ ਵਿੱਚ ਜਿਹੜਾ ਇਸ ਸੰਕਟ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ। ਤਾਂ ਕੇਂਦਰ ਸਰਕਾਰ, ਪਹਿਲਾਂ ਪੰਜਾਬ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਸੀ, ਤਾਂ ਹੁਣ ਕੇਂਦਰ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਹੈ। ਤਾਂ ਅਣਖ ਸਾਹਿਬ ਕਾਰਨ ਕੀ ਲੱਗਦੇ ਨੇ, ਬਿਜਲੀ ਪੂਰੀ ਕਿਉਂ ਨਹੀਂ ਕੀਤੀ ਜਾ ਰਹੀ? ਕੇਂਦਰ ਸਰਕਾਰ ਦਾ ਫੀਦਰ ਕਿੱਥੇ ਨਜ਼ਰ ਆ ਰਿਹਾ? ਦੇਖੋ, ਬਿਜਲੀ ਸੰਕਟ ਇਸ ਵੇਲੇ ਕੇਵਲ ਪੰਜਾਬ ਦੀ ਸਮੱਸਿਆ ਨਹੀਂ ਬਣਿਆ ਹੋਇਆ, ਵੱਖ-ਵੱਖ ਸੂਬਿਆਂ ਦੀ ਸਮੱਸਿਆ ਜਿਹੜੀ ਉਹ ਬਣਿਆ ਹੋਇਆ। ਇਹਦੇ ਪਿੱਛੇ ਰਾਜ ਸਰਕਾਰਾਂ ਇਹ ਕਹਿ ਰਹੀਆਂ ਨੇ ਕਿ ਜਿਹੜੇ ਥਰਮਲ ਪਾਵਰ ਪਲਾਂਟ ਨੇ ਉਹ ਬੰਦ ਪਏ ਨੇ, ਬੀਤੇ ਸਮੇਂ 'ਚ ਸਰਕਾਰਾਂ ਨੇ ਉਸਦਾ ਸਰਵਿਸ ਨਹੀਂ ਕਰਾਈ, ਇਹ ਨਹੀਂ ਕਰਾਈ। ਤੇ ਦੂਜੇ ਪਾਸੇ ਇਲਜ਼ਾਮ ਇਹ ਵੀ ਲੱਗਦਾ ਕਿ ਕੋਲੇ ਦੀ ਕੇਂਦਰ ਸਰਕਾਰ ਵੱਲੋਂ ਜਿਹੜੀ ਭੇਜਿਆ ਜਾਣਾ ਕੋਲਾ ਸਪਲਾਈ ਜਿਹੜੀ ਆ ਉਹ ਨਿਰੰਤਰ ਨਹੀਂ ਹੋ ਰਹੀ, ਜਿਸ ਕਰਕੇ ਜਿਹੜੇ ਥਰਮਲ ਪਲਾਂਟ ਨੇ ਉਹ ਬੰਦ ਹੋ ਰਹੇ ਨੇ ਜਾਂ ਬੰਦ ਪਏ ਨੇ, ਜਿਸ ਕਾਰਨ ਬਿਜਲੀ ਦਾ ਉਤਪਾਦਨ ਨਹੀਂ ਹੋ ਰਿਹਾ ਤੇ ਲੋਕ ਇਸ ਦਾ ਸੰਕਟ ਨੂੰ ਝੱਲ ਰਹੇ। ਤਾਂ ਕੇਂਦਰ ਨੇ ਦੂਜੇ ਪਾਸੇ ਇਹ ਗੱਲ ਕਹੀ ਆ ਕੇਂਦਰ ਵੱਲੋਂ ਕਿ ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ। ਔਰ ਕੇਂਦਰ ਸਰਕਾਰ ਨੇ ਕਈ ਗੱਡੀਆਂ ਨੂੰ, ਟ੍ਰੇਨਾਂ ਨੂੰ ਰੱਦ ਕਰਕੇ ਕੋਲੇ ਦੀ ਸਪਲਾਈ ਨੂੰ ਯਕੀਨੀ ਬਣਾਉਣ ਵਾਸਤੇ ਲੰਮੀਆਂ ਟ੍ਰੇਨਾਂ ਤੇ ਸਪੈਸ਼ਲ ਟ੍ਰੇਨਾਂ ਦਾ ਇੰਤਜ਼ਾਮ ਕੀਤਾ ਤਾਂ ਜੋ ਇਸ ਸੰਕਟ ਤੋਂ ਉਭਰਿਆ ਜਾ ਸਕੇ। ਇਹ ਤਾਂ ਇੱਕ ਯਤਨ ਦਾ। ਪੰਜਾਬ ਦੇ ਪ੍ਰਸੰਗ 'ਚ ਗੱਲ ਕਰੀਏ, ਪੰਜਾਬ ਦੇ ਪ੍ਰਸੰਗ ਦੇ ਵਿੱਚ ਜਿਹੜਾ ਬਿਜਲੀ ਸੰਕਟ ਆ ਇਹ ਤਾਂ ਹੈ ਹੀ ਆ। ਕੱਲ ਦੀ ਗੱਲ ਕੀ ਹਰਭਜਨ ਸਿੰਘ ਨੇ ਜਿਹੜੇ ਬਿਜਲੀ ਮੰਤਰੀ ਨੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ 1-2 ਦਿਨਾਂ ਦੇ ਵਿੱਚ ਜਿਹੜੀ ਬਿਜਲੀ ਦੀ ਨਿਰੰਤਰ ਸਪਲਾਈ ਜਿਹੜੀ ਆ ਪੂਰਨ ਤੌਰ ਤੇ ਬਹਾਲ ਕਰ ਦਿੱਤੀ ਜਾਵੇਗੀ ਤੇ ਬਿਜਲੀ ਸੰਕਟ ਦੇ ਵਿੱਚੋਂ ਪੰਜਾਬ ਪੂਰੀ ਤਰ੍ਹਾਂ ਉੱਭਰ ਜਾਏਗਾ। ਇਹ ਹਰਭਜਨ ਸਿੰਘ ਜਿਹੜੇ ਬਿਜਲੀ ਮੰਤਰੀ ਨੇ ਉਹਨਾਂ ਦਾ ਬਿਆਨ ਸੀ। ਦੇਖਣਾ ਹੋਏਗਾ ਕਿ ਇਹ ਬਿਆਨ ਕਿੱਥੋਂ ਤੱਕ ਉਹ ਪੂਰਾ ਕਰਦੇ ਨੇ। ਚਲੋ ਬਿਜਲੀ ਸੰਕਟ ਪੂਰਾ ਹੋ ਜਾਏਗਾ, ਪਰ ਲੋੜ ਇਸ ਗੱਲ ਦੀ ਆ ਆਪਣੇ ਚੱਠਾ ਜੀ ਕਿ ਅਜੇ ਝੋਨੇ ਦੀ ਬਿਜਾਈ ਦਾ ਸੀਜ਼ਨ ਹੋਣਾ, ਉਦੋਂ ਤੱਕ ਪੰਜਾਬ ਸਰਕਾਰ ਨੂੰ ਆਪਣੇ ਸਾਰੇ ਜਿਹੜੇ ਇੰਤਜ਼ਾਮ ਨੂੰ ਮੁਕੰਮਲ ਕਰ ਦੇਣੇ ਚਾਹੀਦੇ ਆ। ਅਜੇ ਗਰਮੀ ਦਾ ਪੀਕ ਸੀਜ਼ਨ ਸ਼ੁਰੂ ਹੋਣਾ ਹੈ, ਸਕੂਲਾਂ ਦੇ ਵਿੱਚ ਛੁੱਟੀਆਂ ਵੀ ਪਾ ਦਿੱਤੀਆਂ ਗਈਆਂ ਨੇ, ਆਨਲਾਈਨ ਕਲਾਸਾਂ ਦਾ ਇੰਤਜ਼ਾਮ ਕਰ ਦਿੱਤਾ ਗਿਆ। ਤਾਂ ਇਹ ਸਰਕਾਰ ਨੂੰ ਹੁਣ ਚਾਹੀਦਾ ਕਿ ਅਗਲੇ ਦਿਨਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਇਹੋ ਜਿਹੀ ਜਿਹੜੀ ਗਰਮੀ ਬਿਜਲੀ ਸੰਕਟ ਨਾਲ ਜੂਝਣਾ ਨਾ ਪਵੇ, ਉਸ ਦੀ ਤਿਆਰੀ ਜਿਹੜੀ ਹੈ ਉਹ ਹੁਣ ਜਿਹੜੀ ਹੈ ਮੁਕੰਮਲ ਕਰ ਲੈਣੀ ਚਾਹੀਦੀ ਹੈ ਜੀ। ਬਿਲਕੁਲ, ਤਾਂ ਕਿਤੇ ਨਾ ਕਿਤੇ ਮਾਨ ਸਰਕਾਰ ਦਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਕਿ ਕਿਸ ਤਰੀਕੇ ਦੇ ਨਾਲ ਬਿਜਲੀ ਹੈ ਸਪਲਾਈ ਪੂਰੀ ਕੀਤੀ ਜਾਵੇ ਤੇ ਖਾਸ ਤੌਰ ਤੇ ਜਿਹੜਾ ਵਾਅਦਾ ਕੀਤਾ ਗਿਆ, ਐਲਾਨ ਕੀਤਾ ਗਿਆ ਕਿ ਜੁਲਾਈ ਤੋਂ ਮੁਫਤ ਬਿਜਲੀ ਦਾ, ਉਹ ਕਿਵੇਂ ਪੂਰਾ ਕੀਤਾ ਜਾਣਾ, ਕੀ ਤਿਆਰੀਆਂ ਨੇ ਉਸ ਨੂੰ ਲੈ ਕੇ ਮਾਨ ਸਰਕਾਰ ਦੀਆਂ, ਇਹ ਵੀ ਦੇਖਣ ਵਾਲੀ ਗੱਲ ਹੋਏਗੀ। ਤੇ ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ 'ਚ ਕੀਮਤੀ ਸਮਾਂ ਦੇਣ ਦੇ ਲਈ। ਬਹੁਤ ਬਹੁਤ ਸ਼ੁਕਰੀਆ ਚੱਠਾ ਜੀ। ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਲਖੀ, ਜਿਨ੍ਹਾਂ ਨੇ ਹੁਣ ਤੱਕ तमाम ਖਬਰਾਂ ਨੂੰ ਲੈ ਕੇ ਆਪਣੇ ਵਿਚਾਰ ਰੱਖੇ, ਖਾਸ ਤੌਰ ਤੇ ਪਟਿਆਲਾ ਹਿੰਸਾ ਘਟਨਾ ਨੂੰ ਲੈ ਕੇ ਕਿਸ ਤਰੀਕੇ ਦੀਆਂ ਸਥਿਤੀਆਂ ਬਣਦੀਆਂ ਨਜ਼ਰ ਆ ਰਹੀਆਂ ਨੇ ਤੇ ਕਿਸ ਤਰੀਕੇ ਦੀਆਂ ਕਾਰਵਾਈਆਂ ਜਿਹੜੀਆਂ ਪੁਲਿਸ ਵੱਲੋਂ ਹੋਂਦ ਵਿੱਚ ਲਿਆਂਦੀਆਂ ਜਾ ਰਹੀਆਂ ਨੇ। ਲਗਾਤਾਰ ਜੁੜੇ ਰਹੋ ਰੋਜ਼ਾਨਾ ਲੋਕਧਾਰਾ ਟੀਵੀ ਦੇ ਨਾਲ। ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ। ਧੰਨਵਾਦ।